ਖਬਰਾਂ ਦੇ ਬੁਲੇਟਿਨ ਦੇ ਸਪਾਂਸਰ ਨੇ ਰੀਅਲਟਰ ਗੁਰਜਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਤੇ ਵੇਚਣ ਲਈ ਤੁਸੀਂ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV ਤੇ ਮੈਂ ਸੁਰਪੇ। ਖਬਰਾਂ ਦੇ ਇਸ ਬੁਲੇਟਿਨ 'ਚ ਬਹੁਤ-ਬਹੁਤ ਸਵਾਗਤ। ਪੇਸ਼ ਆਂ ਦੇਸ਼ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। USCIS ਦੇ ਬੈਕਲੌਗ ਨੇ ਤੋੜੇ ਰਿਕਾਰਡ। ਅਮਰੀਕਾ ਵਿੱਚ ਵੀਜ਼ਾ ਤੇ ਗ੍ਰੀਨ ਕਾਰਡ ਅਰਜ਼ੀਆਂ ਦੀ ਲੰਮੀ ਉਡੀਕ। ਟਰੰਪ ਦੀ ਗੋਲਡ ਵੀਜ਼ਾ ਸਕੀਮ ਹੋਈ ਫਲॉप। ਇਮੀਗ੍ਰੇਸ਼ਨ ਵਕੀਲਾਂ ਨੇ ਕਿਹਾ ਗੈਰ ਨੈਤਿਕ ਤੇ ਖਤਰਨਾਕ ਯੋਜਨਾ। $2500 ਤੋਂ ਵੱਧ ਚਾਈਲਡ ਸਪੋਰਟ ਬਕਾਇਆ ਹੋਣ ਤੇ ਰੱਦ ਹੋ ਸਕਦੇ ਹਨ ਪਾਸਪੋਰਟ। ਟਰੰਪ ਨੇ ਈਰਾਨ ਦੇ ਸ਼ਾਂਤੀ ਪ੍ਰਸਤਾਵ ਨੂੰ ਨਕਾਰਿਆ। ਪਰਮਾਣੂ ਹਥਿਆਰਾਂ ਤੇ ਫੌਜੀ ਕਾਰਵਾਈ ਦੀ ਦਿੱਤੀ ਚੇਤਾਵਨੀ। ਕਰੂਜ਼ ਸ਼ਿਪ ਤੇ ਹੰਟਾ ਵਾਇਰਸ ਦਾ ਕਹਿਰ। WHO ਦੀ ਚੇਤਾਵਨੀ। ਅਮਰੀਕਾ ਤੋਂ ਕੈਨੇਡਾ ਹਥਿਆਰਾਂ ਦੀ ਤਸਕਰੀ ਦੀ ਕੋਸ਼ਿਸ਼ ਨਾਕਾਮ। ਪਾਕਿਸਤਾਨ ਸਮੇਤ 3 ਗ੍ਰਿਫਤਾਰ। ਹੁਣ ਇਹਨਾਂ ਖਬਰਾਂ ਦਾ ਵਿਸਤਾਰ। ਇਸ ਦੇ ਨਾਲ ਹੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ तमाम ਖਬਰਾਂ। ਅਮਰੀਕਾ ਦੇ ਇਮੀਗ੍ਰੇਸ਼ਨ ਸਿਸਟਮ ਨੂੰ ਲੈ ਕੇ ਇੱਕ ਵੱਡੀ ਰਿਪੋਰਟ ਸਾਹਮਣੇ ਆਈ ਹੈ। ਅਮਰੀਕਨ ਇਮੀਗ੍ਰੇਸ਼ਨ ਕਾਉਂਸਲ ਵੱਲੋਂ ਜਾਰੀ ਕੀਤੇ ਨਵੇਂ ਡੈਸ਼ਬੋਰਡ ਦੇ ਮੁਤਾਬਕ US ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ USCIS ਵਿੱਚ ਪੈਂਡਿੰਗ ਕੇਸਾਂ ਦੀ ਗਿਣਤੀ ਪਿਛਲੇ 10 ਸਾਲਾਂ ਵਿੱਚ 3 ਗੁਣਾ ਤੋਂ ਵੀ ਵੱਧ ਹੋ ਚੁੱਕੀ ਹੈ। ਰਿਪੋਰਟ ਦੇ ਅਨੁਸਾਰ 2016 ਦੇ ਵਿੱਚ USCIS ਕੋਲ ਲਗਭਗ 35 ਲੱਖ ਕੇਸ ਪੈਂਡਿੰਗ ਸਨ, ਜਦਕਿ 2025 ਦੇ ਅਖੀਰ ਤੱਕ ਇਹ ਗਿਣਤੀ ਵੱਧ ਕੇ 1 ਕਰੋੜ 16 ਲੱਖ ਤੋਂ ਵੀ ਪਾਰ ਹੋ ਗਈ। ਇਸ ਕਾਰਨ ਗ੍ਰੀਨ ਕਾਰਡ, ਵਰਕ ਪਰਮਿਟ, H1B ਵੀਜ਼ਾ ਅਤੇ ਹੋਰ ਇਮੀਗ੍ਰੇਸ਼ਨ ਅਰਜ਼ੀਆਂ ਦੀ ਪ੍ਰਕਿਰਿਆ ਕਾਫੀ ਹੌਲੀ ਹੋ ਗਈ ਹੈ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਕੋਵਿਡ ਮਹਾਮਾਰੀ ਅਤੇ ਪਹਿਲੇ ਡੋਨਲਡ ਟਰੰਪ ਪ੍ਰਸ਼ਾਸਨ ਦੀਆਂ ਕੜੀਆਂ ਨੀਤੀਆਂ ਦੇ ਕਾਰਨ USCIS ਦੀ ਕਾਰਗੁਜ਼ਾਰੀ ਤੇ ਵੱਡਾ ਅਸਰ ਪਿਆ। 2020 ਅਤੇ 2021 ਦੇ ਦੌਰਾਨ ਨਵੇਂ ਕੇਸਾਂ ਦੀ ਗਿਣਤੀ ਤੇਜ਼ੀ ਨਾਲ ਵਧੀ, ਪਰ ਫਾਈਲਾਂ ਦੀ ਪ੍ਰੋਸੈਸਿੰਗ ਉਸੇ ਗਤੀ ਨਾਲ ਨਹੀਂ ਹੋ ਸਕੀ। ਆંકੜਿਆਂ ਦੇ ਮੁਤਾਬਕ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਮਤਲਬ ਕਿ TPS ਅਤੇ ਇੰਪਲੋਇਮੈਂਟ ਆਥੋਰਾਈਜ਼ੇਸ਼ਨਸ ਡਾਕੂਮੈਂਟ EAD ਨਾਲ ਜੁੜੀਆਂ ਅਰਜ਼ੀਆਂ ਵਿੱਚ ਸਭ ਤੋਂ ਵੱਧ ਬੈਕਲੌਗ ਵਧਿਆ ਹੈ। ਕਈ ਕੈਟਾਗਰੀਆਂ ਵਿੱਚ ਰਿਜੈਕਸ਼ਨ ਦਰ ਵੀ ਪਹਿਲਾਂ ਦੇ ਨਾਲੋਂ ਕਾਫੀ ਉੱਪਰ ਚਲੀ ਗਈ ਹੈ। ਇਮੀਗ੍ਰੇਸ਼ਨ ਮਾਹਰਾਂ ਦਾ ਇਹ ਕਹਿਣਾ ਹੈ ਕਿ ਬੈਕਲੌਗ ਵਧਣ ਦੇ ਨਾਲ ਹਜ਼ਾਰਾਂ ਵਿਦਿਆਰਥੀਆਂ, ਵਰਕਰਾਂ ਅਤੇ ਪਰਿਵਾਰਾਂ ਨੂੰ ਲੰਬੇ ਸਮੇਂ ਤੱਕ ਉਡੀਕ ਕਰਨੀ ਪੈ ਰਹੀ ਹੈ। ਕਈ ਲੋਕ ਹੁਣ ਤੇਜ਼ ਪ੍ਰਕਿਰਿਆ ਲਈ ਮਹਿੰਗੀ ਪ੍ਰੀਮੀਅਮ ਪ੍ਰੋਸੈਸਿੰਗ ਸੇਵਾ ਦੀ ਮਦਦ ਲੈ ਰਹੇ ਹਨ। ਰਿਪੋਰਟ ਵਿੱਚ ਚੇਤਾਵਨੀ ਦਿੱਤੀ ਗਈ ਹੈ, ਜੇ USCIS ਨੇ ਆਪਣੀ ਪ੍ਰੋਸੈਸਿੰਗ ਸਮਰੱਥਾ ਨਹੀਂ ਵਧਾਈ ਤਾਂ ਆਉਣ ਵਾਲੇ ਸਮੇਂ ਵਿੱਚ ਇਮੀਗ੍ਰੇਸ਼ਨ ਪ੍ਰਕਿਰਿਆ ਹੋਰ ਵੀ ਜਟਿਲ ਅਤੇ ਦੇਰੀ ਵਾਲੀ ਹੋ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੀ ਗੋਲਡ ਕਾਰਡ ਵੀਜ਼ਾ ਸਕੀਮ ਨੂੰ ਉਮੀਦਾਂ ਮੁਤਾਬਕ ਸਹਿਯੋਗ ਨਹੀਂ ਮਿਲ ਰਿਹਾ। ਅਮਰੀਕੀ ਇਮੀਗ੍ਰੇਸ਼ਨ ਵਕੀਲਾਂ ਨੇ ਇਸ ਯੋਜਨਾ ਨੂੰ ਗੈਰ ਨੈਤਿਕ ਅਤੇ ਕਾਨੂੰਨੀ ਤੌਰ ਤੇ ਸੰਦੇਹਪੂਰਨ ਦੱਸਦਿਆਂ ਲੋਕਾਂ ਨੂੰ ਇਸ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਹੈ। ਰਿਪੋਰਟਾਂ ਦੇ ਮੁਤਾਬਕ ਇਸ ਸਕੀਮ ਤਹਿਤ ਅਮੀਰ ਵਿਦੇਸ਼ੀਆਂ ਨੂੰ ਅਮਰੀਕਾ ਵਿੱਚ ਰਿਹਾਇਸ਼ ਦਾ ਰਾਹ ਦੇਣ ਦੇ ਲਈ $1 ਮਿਲੀਅਨ ਤੋਂ $2 ਮਿਲੀਅਨ ਤੱਕ ਦੀ ਰਕਮ ਅਤੇ $15,000 ਫਾਈਲਿੰਗ ਫੀਸ ਰੱਖੀ ਗਈ ਹੈ। ਪਰ ਹੁਣ ਤੱਕ ਇਸ ਯੋਜਨਾ ਲਈ ਬਹੁਤ ਘੱਟ ਲੋਕਾਂ ਨੇ ਅਰਜ਼ੀਆਂ ਦਿੱਤੀਆਂ ਹਨ। ਇਮੀਗ੍ਰੇਸ਼ਨ ਅਟਾਰਨੀ ਮਾਈਕਲ ਵਾਈਲਜ਼ ਨੇ ਕਿਹਾ ਕਿ ਇਸ ਸਕੀਮ ਦੀ ਕਾਨੂੰਨੀ ਸਥਿਤੀ ਸਪਸ਼ਟ ਨਹੀਂ ਹੈ ਅਤੇ ਉਹ ਇਸ ਲਈ ਕਲਾਇੰਟ ਲੈਣਾ ਵੀ ਅਨੈਤਿਕ ਸਮਝਦੇ ਹਨ। ਕਈ ਹੋਰ ਵਕੀਲਾਂ ਨੇ ਇਹ ਵੀ ਕਿਹਾ ਕਿ ਸਕੀਮ ਦੇ ਖਿਲਾਫ ਮਾਮਲੇ ਅਦਾਲਤਾਂ ਵਿੱਚ ਚੱਲ ਰਹੇ ਹਨ, ਜਿਸ ਕਾਰਨ ਨਿਵੇਸ਼ਕਾਂ ਵਿੱਚ ਭਰੋਸਾ ਨਹੀਂ ਬਣ ਰਿਹਾ। ਦੱਸ ਦਈਏ ਕਿ ਹੁਣ ਤੱਕ ਸਿਰਫ 338 ਲੋਕਾਂ ਨੇ ਦਿਲਚਸਪੀ ਦਿਖਾਈ ਹੈ, ਜਿਨ੍ਹਾਂ ਵਿੱਚੋਂ ਕੇਵਲ 165 ਨੇ ਫੀਸ ਭਰੀ ਹੈ ਤੇ 59 ਲੋਕ ਹੀ ਅਗਲੇ ਪੜਾਅ ਤੱਕ ਪਹੁੰਚੇ ਹਨ। ਇਹ ਗਿਣਤੀ ਟਰੰਪ ਪ੍ਰਸ਼ਾਸਨ ਦੇ ਵੱਡੇ ਦਾਅਵਿਆਂ ਤੋਂ ਕਾਫੀ ਘੱਟ ਹੈ। ਵਿਸ਼ੇਸ਼ ਗਿਆਨੀਆਂ ਦਾ ਕਹਿਣਾ ਹੈ ਕਿ ਲੋਕ ਅਜੇ ਵੀ EB-5 ਵੀਜ਼ਾ ਪ੍ਰੋਗਰਾਮ ਨੂੰ ਹੀ ਜ਼ਿਆਦਾ ਤਰਜੀਹ ਦੇ ਰਹੇ ਹਨ। ਅਮਰੀਕਾ ਸਰਕਾਰ ਨੇ ਬੱਚਿਆਂ ਦੀ ਸਹਾਇਤਾ ਰਕਮ ਨਾ ਭਰਨ ਵਾਲੇ ਮਾਪਿਆਂ ਦੇ ਖਿਲਾਫ ਵੱਡਾ ਕਦਮ ਚੁੱਕਿਆ ਹੈ। ਹੁਣ ਜਿਨ੍ਹਾਂ ਮਾਪਿਆਂ ਉੱਤੇ $2500 ਤੋਂ ਵੱਧ ਦੀ ਚਾਈਲਡ ਸਪੋਰਟ ਬਕਾਇਆ ਹੋਵੇਗੀ, ਉਹਨਾਂ ਦੇ ਅਮਰੀਕੀ ਪਾਸਪੋਰਟ ਰੱਦ ਕੀਤੇ ਜਾ ਸਕਦੇ ਹਨ। ਰਿਪੋਰਟਾਂ ਦੇ ਮੁਤਾਬਕ ਸ਼ੁਰੂਆਤੀ ਦੌਰ ਵਿੱਚ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਇਆ ਜਾਵੇਗਾ ਜਿਨ੍ਹਾਂ ਦੇ ਉੱਤੇ $1 ਲੱਖ ਜਾਂ ਇਸ ਤੋਂ ਵੱਧ ਦੀ ਬਕਾਇਆ ਰਕਮ ਹੈ। ਇਸ ਕਾਰਵਾਈ ਦੇ ਨਾਲ ਹਜ਼ਾਰਾਂ ਅਮਰੀਕੀ ਪ੍ਰਭਾਵਿਤ ਹੋ ਸਕਦੇ ਹਨ। ਅਮਰੀਕੀ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਜੇ ਕਿਸੇ ਦਾ ਪਾਸਪੋਰਟ ਰੱਦ ਹੋ ਜਾਂਦਾ ਹੈ ਤਾਂ ਉਹ ਉਸ ਦਾ ਇਸਤੇਮਾਲ ਯਾਤਰਾ ਲਈ ਨਹੀਂ ਕਰ ਸਕੇਗਾ। ਨਵਾਂ ਪਾਸਪੋਰਟ ਉਦੋਂ ਹੀ ਮਿਲੇਗਾ ਜਦੋਂ ਬਕਾਇਆ ਚਾਈਲਡ ਸਪੋਰਟ ਦੀ ਰਕਮ ਅਦਾ ਕਰ ਦਿੱਤੀ ਜਾਵੇਗੀ। ਇਹ ਨਿਯਮ 1996 ਦੇ ਫੈਡਰਲ ਕਾਨੂੰਨ ਦੇ ਤਹਿਤ ਲਾਗੂ ਕੀਤਾ ਜਾ ਰਿਹਾ ਹੈ, ਜਿਸ ਨੂੰ ਹੁਣ ਹੋਰ ਸਖਤੀ ਨਾਲ ਲਾਗੂ ਕਰਨ ਦੀ ਤਿਆਰੀ ਕੀਤੀ ਗਈ ਹੈ।
ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਜੰਗ ਨੂੰ ਖਤਮ ਕਰਨ ਦੇ ਉਦੇਸ਼ ਨਾਲ ਦਿੱਤੇ ਗਏ ਅਮਰੀਕੀ ਸ਼ਾਂਤੀ ਪ੍ਰਸਤਾਵ ਤੇ ਈਰਾਨ ਦੀ ਪ੍ਰਤੀਕਿਰਿਆ ਨੂੰ ਪੂਰੀ ਤਰ੍ਹਾਂ ਅਸਵੀਕਾਰਨਯੋਗ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਹੈ। ਟਰੰਪ ਨੇ ਸਪਸ਼ਟ ਸ਼ਬਦਾਂ ਵਿੱਚ ਕਿਹਾ ਹੈ ਕਿ ਉਹ ਇਸ ਜਵਾਬ ਤੋਂ ਖੁਸ਼ ਨਹੀਂ ਹਨ ਅਤੇ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਹੈ। ਰਾਸ਼ਟਰਪਤੀ ਟਰੰਪ ਨੇ ਸੋਸ਼ਲ ਮੀਡੀਆ ਪਲੇਟਫਾਰਮ ਟਰੁਥ ਸੋਸ਼ਲ ਤੇ ਇੱਕ ਪੋਸਟ ਵਿੱਚ ਲਿਖਿਆ ਕਿ ਉਹ ਹੁਣੇ ਈਰਾਨ ਦੇ ਅਖੌਤੀ ਪ੍ਰਤੀਨਿਧੀਆਂ ਦਾ ਜਵਾਬ ਪੜ੍ਹਿਆ ਤੇ ਉਹਨਾਂ ਨੂੰ ਇਹ ਪਸੰਦ ਨਹੀਂ ਆਇਆ। ਇਹ ਪੂਰੀ ਤਰ੍ਹਾਂ ਅਸਵੀਕਾਰਨਯੋਗ ਹੈ। ਹਾਲਾਂਕਿ ਟਰੰਪ ਨੇ ਇਸ ਜਵਾਬ ਨੂੰ ਨਕਾਰਨ ਦੇ ਖਾਸ ਕਾਰਨਾਂ ਜਾਂ ਵੇਰਵਿਆਂ ਦਾ ਖੁਲਾਸਾ ਨਹੀਂ ਕੀਤਾ। ਉਹਨਾਂ ਨੇ ਈਰਾਨ ਤੇ ਪਿਛਲੇ 47 ਸਾਲਾਂ ਤੋਂ ਅਮਰੀਕਾ ਅਤੇ ਬਾਕੀ ਦੁਨੀਆ ਦੇ ਨਾਲ ਖੇਡਾਂ ਖੇਡਣ ਅਤੇ ਦੇਰੀ ਕਰਨ ਦੀ ਨੀਤੀ ਅਪਣਾਉਣ ਦਾ ਦੋਸ਼ ਵੀ ਲਾਇਆ। ਟਰੰਪ ਨੇ ਚੇਤਾਵਨੀ ਦਿੰਦਿਆਂ ਇਹ ਕਿਹਾ ਕਿ ਈਰਾਨ ਹੁਣ ਅਮਰੀਕਾ ਤੇ ਹੱਸ ਨਹੀਂ ਸਕੇਗਾ। ਪਾਕਿਸਤਾਨ ਰਾਹੀਂ ਅਮਰੀਕਾ ਨੂੰ ਭੇਜੇ ਗਏ ਈਰਾਨ ਦੇ ਜਵਾਬ ਦੇ ਵਿੱਚ ਕਈ ਸ਼ਰਤਾਂ ਰੱਖੀਆਂ ਗਈਆਂ ਸਨ। ਸਾਰੇ ਮੋਰਚਿਆਂ ਤੇ ਜੰਗਬੰਦੀ ਇਸ ਵਿੱਚ ਸ਼ਾਮਲ ਹੈ। ਈਰਾਨ ਨੇ ਲੈਬਨਾਨ ਸਮੇਤ ਜਿੱਥੇ ਇਜ਼ਰਾਈਲ ਹਿਜ਼ਬੁੱਲਾ ਵਿਰੁੱਧ ਲੜ ਰਿਹਾ ਹੈ, ਸਾਰੇ ਮੋਰਚਿਆਂ ਤੇ ਸੰਘਰਸ਼ ਖਤਮ ਕਰਨ ਦੀ ਮੰਗ ਕੀਤੀ ਹੈ। ਦੂਸਰਾ ਇਹ ਕਿ ਤਹਿਰਾਨ ਨੇ ਮੰਗ ਕੀਤੀ ਸੀ ਕਿ 30 ਦਿਨਾਂ ਦੀ ਮਿਆਦ ਲਈ ਈਰਾਨੀ ਤੇਲ ਦੀ ਵਿਕਰੀ ਤੇ ਲੱਗੀਆਂ OFAC ਪਾਬੰਦੀਆਂ ਹਟਾਈਆਂ ਜਾਣ ਅਤੇ ਜਲ ਸੈਨਾ ਦੀ ਘੇਰਾਬੰਦੀ ਖਤਮ ਕੀਤੀ ਜਾਵੇ। ਰਿਪੋਰਟਾਂ ਦੇ ਅਨੁਸਾਰ ਈਰਾਨ ਨੇ ਆਪਣੇ ਉੱਚ ਸੰਪੰਨ ਯੂਰੇਨੀਅਮ ਦੇ ਭੰਡਾਰ ਨੂੰ ਘਟਾਉਣ ਅਤੇ ਬਾਕੀ ਸਮੱਗਰੀ ਕਿਸੇ ਤੀਜੇ ਦੇਸ਼ ਨੂੰ ਭੇਜਣ ਦੀ ਪੇਸ਼ਕਸ਼ ਵੀ ਕੀਤੀ ਸੀ। ਪਰਮਾਣੂ ਹਥਿਆਰਾਂ ਤੇ ਦਿੱਤੀ ਗਈ ਸਖਤ ਫੌਜੀ ਕਾਰਵਾਈ ਦੀ ਚੇਤਾਵਨੀ ਦਿੱਤੀ ਗਈ ਹੈ। ਟਰੰਪ ਨੇ ਸਪਸ਼ਟ ਕੀਤਾ ਕਿ ਅੰਤਰਰਾਸ਼ਟਰੀ ਭਾਈਚਾਰਾ ਈਰਾਨ ਦੇ ਪਾਗਲ ਸ਼ਾਸਨ ਨੂੰ ਪਰਮਾਣੂ ਹਥਿਆਰ ਪ੍ਰਾਪਤ ਕਰਨ ਦੀ ਆਗਿਆ ਨਹੀਂ ਦੇ ਸਕਦਾ। ਉਹਨਾਂ ਨੇ ਚੇਤਾਵਨੀ ਦਿੱਤੀ ਕਿ ਵਾਸ਼ਿੰਗਟਨ ਈਰਾਨ ਦੇ ਯੂਰੇਨੀਅਮ ਦੇ ਭੰਡਾਰ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਅਤੇ ਜੇਕਰ ਈਰਾਨ ਇਨ੍ਹਾਂ ਥਾਵਾਂ ਤੱਕ ਪਹੁੰਚਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਇਸ ਖਿਲਾਫ ਫੌਜੀ ਕਾਰਵਾਈ ਕੀਤੀ ਜਾਵੇਗੀ। ਇਸ ਮੌਕੇ ਟਰੰਪ ਨੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਤੇ ਵੀ ਤਿੱਖਾ ਹਮਲਾ ਕੀਤਾ। ਉਹਨਾਂ ਨੇ ਦਾਅਵਾ ਕੀਤਾ ਕਿ ਓਬਾਮਾ ਈਰਾਨ ਲਈ ਬਹੁਤ ਨਰਮ ਸਨ ਅਤੇ ਉਹਨਾਂ ਦੀਆਂ ਨੀਤੀਆਂ ਨੇ ਤਹਿਰਾਨ ਨੂੰ ਇੱਕ ਸ਼ਕਤੀਸ਼ਾਲੀ ਨਵਾਂ ਜੀਵਨ ਦਿੱਤਾ ਸੀ। ਇਹ ਘਟਨਾਕ੍ਰਮ ਅਜਿਹੇ ਸਮੇਂ ਆਇਆ ਹੈ ਜਦੋਂ ਖੇਤਰ ਵਿੱਚ ਪਹਿਲਾਂ ਹੀ ਨਾਜ਼ੁਕ ਜੰਗਬੰਦੀ ਦੇ ਹਾਲਾਤ ਬਣੇ ਹੋਏ ਹਨ। ਵਿਸ਼ਵ ਸਿਹਤ ਸੰਗਠਨ WHO ਨੇ ਇਹ ਕਿਹਾ ਹੈ ਕਿ ਹੰਟਾ ਵਾਇਰਸ ਦੇ ਪ੍ਰਕੋਪ ਦੇ ਨਾਲ ਪ੍ਰਭਾਵਿਤ ਕਰੂਜ਼ ਸ਼ਿਪ ਤੇ ਸਵਾਰ ਸਾਰੇ ਲੋਕਾਂ ਨੂੰ ਉੱਚ ਜੋਖਮ ਸੰਪਰਕ ਮੰਨਿਆ ਜਾਣਾ ਚਾਹੀਦਾ ਹੈ ਅਤੇ 42 ਦਿਨਾਂ ਤੱਕ ਉਹਨਾਂ ਦੀ ਸਰਗਰਮ ਨਿਗਰਾਨੀ ਕੀਤੀ ਜਾਣੀ ਚਾਹੀਦੀ ਹੈ। ਵਿਸ਼ਵ ਸਿਹਤ ਸੰਗਠਨ ਦੀ ਮਹਾਮਾਰੀ ਦੀ ਤਿਆਰੀ ਅਤੇ ਰੋਕਥਾਮ ਵਿਭਾਗ ਦੀ ਨਿਰਦੇਸ਼ਕ ਮਾਰੀਆ ਵਾਨ ਨੇ ਇੱਕ ਮੀਡੀਆ ਬਰੀਫਿੰਗ ਵਿੱਚ ਦੱਸਿਆ, ਅਸੀਂ ਜਹਾਜ਼ ਵਿੱਚ ਸਵਾਰ ਹਰ ਵਿਅਕਤੀ ਨੂੰ ਉੱਚ ਜੋਖਮ ਸੰਪਰਕ ਵਜੋਂ ਸ਼੍ਰੇਣੀਬੱਧ ਕਰਦੇ ਹਾਂ। ਉਹਨਾਂ ਨੇ ਨੋਟ ਕੀਤਾ ਕਿ ਫਿਲਹਾਲ ਜਹਾਜ਼ ਤੇ ਸਵਾਰ ਕਿਸੇ ਵੀ ਵਿਅਕਤੀ ਵਿੱਚ ਕੋਈ ਲੱਛਣ ਨਹੀਂ ਹਨ, ਪਰ ਉਹਨਾਂ ਨੇ ਸਿਫਾਰਿਸ਼ ਕੀਤੀ ਕਿ ਜਹਾਜ਼ ਤੋਂ ਉਤਰਨ ਵਾਲੇ ਸਾਰੇ ਯਾਤਰੀਆਂ ਤੇ ਸਟਾਫ ਦੀ 42 ਦਿਨਾਂ ਦੀ ਮਿਆਦ ਲਈ ਸਰਗਰਮ ਨਿਗਰਾਨੀ ਅਤੇ ਫੋਲੋ-ਅਪ ਕੀਤਾ ਜਾਵੇ। ਹਾਲਾਂਕਿ ਉਹਨਾਂ ਨੇ ਇਸ ਗੱਲ ਤੇ ਜ਼ੋਰ ਦਿੱਤਾ ਕਿ ਆਮ ਲੋਕਾਂ ਅਤੇ ਕੈਨਰੀ ਟਾਪੂਆਂ ਦੇ ਲੋਕਾਂ ਲਈ ਖਤਰਾ ਘੱਟ ਹੈ, ਜਿੱਥੇ 10 ਮਈ ਨੂੰ MV ਹੋਂਡੀਅਸ ਜਹਾਜ਼ ਦੇ ਪਹੁੰਚਣ ਦੀ ਉਮੀਦ ਹੈ। ਵਿਸ਼ਵ ਸਿਹਤ ਸੰਗਠਨ ਦੀ 9 ਮਈ ਦੀ ਰਿਪੋਰਟ ਦੇ ਅਨੁਸਾਰ 2 ਮਈ ਨੂੰ ਕਰੂਜ਼ ਸ਼ਿਪ ਤੇ ਗੰਭੀਰ ਸਾਹ ਦੀ ਬਿਮਾਰੀ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਉਸ ਸਮੇਂ ਜਹਾਜ਼ ਤੇ 147 ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸਨ, ਜਦਕਿ 34 ਹੋਰ ਪਹਿਲਾਂ ਹੀ ਉਤਰ ਚੁੱਕੇ ਸਨ। 8 ਮਈ ਤੱਕ ਲੱਛਣਾਂ ਵਾਲੇ 8 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ 3 ਮੌਤਾਂ ਸ਼ਾਮਲ ਹਨ। 6 ਮਾਮਲਿਆਂ ਵਿੱਚ ਲੈਬੋਰੇਟਰੀ ਟੈਸਟਾਂ ਰਾਹੀਂ ਐਂਡੀਜ਼ ਵਾਇਰਸ ਹੰਟਾ ਵਾਇਰਸ ਇਨਫੈਕਸ਼ਨ ਦੀ ਪੁਸ਼ਟੀ ਹੋਈ ਹੈ। ਵਿਸ਼ਵ ਸਿਹਤ ਸੰਗਠਨ ਦੇ ਅਨੁਸਾਰ ਹੰਟਾ ਵਾਇਰਸ ਇਨਫੈਕਸ਼ਨ ਦੇ ਸ਼ੁਰੂਆਤੀ ਲੱਛਣਾਂ ਦੇ ਵਿੱਚ ਸਿਰ ਦਰਦ, ਚੱਕਰ ਆਉਣੇ, ਠੰਡ ਲੱਗਣਾ, ਬੁਖਾਰ, ਮਾਸਪੇਸ਼ੀਆਂ ਵਿੱਚ ਦਰਦ, ਪੇਟ ਦੀਆਂ ਸਮੱਸਿਆਵਾਂ ਜਿਵੇਂ ਕਿ ਜੀ ਕੱਚਾ ਹੋਣਾ, ਉਲਟੀਆਂ, ਦਸਤ ਅਤੇ ਪੇਟ ਦਰਦ ਸ਼ਾਮਲ ਹਨ। ਕਿਉਂਕਿ ਪਿਛਲੇ ਪ੍ਰਕੋਪਾਂ ਦੇ ਵਿੱਚ ਲੱਛਣ ਦਿਖਾਈ ਦੇਣ ਤੋਂ ਪਹਿਲਾਂ ਵਾਇਰਸ ਫੈਲਣ ਦੀ ਸੰਭਾਵਨਾ ਨੂੰ ਪੂਰੀ ਤਰ੍ਹਾਂ ਨਕਾਰਿਆ ਨਹੀਂ ਜਾ ਸਕਦਾ। ਇਸ ਲਈ WHO ਨੇ ਘੱਟ ਜੋਖਮ ਵਾਲੇ ਸੰਪਰਕਾਂ ਲਈ ਸਵੈ ਨਿਗਰਾਨੀ, ਡਾਕਟਰੀ ਜਾਂਚ ਅਤੇ ਲੱਛਣ ਹੋਣ ਤੇ ਮਾਸਕ ਪਹਿਨਣ ਦੀ ਸਲਾਹ ਦਿੱਤੀ ਹੈ। ਸੰਗਠਨ ਨੇ ਸੰਬੰਧਿਤ ਦੇਸ਼ਾਂ ਨੂੰ ਜਨਤਕ ਸਿਹਤ ਤਾਲਮੇਲ, ਸੰਪਰਕ ਟ੍ਰੇਸਿੰਗ ਅਤੇ ਪਾਰਦਰਸ਼ੀ ਸੰਚਾਰ ਜਾਰੀ ਰੱਖਣ ਦੀ ਵੀ ਅਪੀਲ ਕੀਤੀ ਹੈ। ਅਮਰੀਕਾ ਦੇ ਨਿਊਯਾਰਕ ਵਿੱਚ ਪੁਲਿਸ ਨੇ 99 ਹਥਿਆਰਾਂ ਦੀ ਤਸਕਰੀ ਦੀ ਇੱਕ ਵੱਡੀ ਸਾਜ਼ਿਸ਼ ਦਾ ਪਰਦਾਫਾਸ਼ ਕੀਤਾ ਹੈ। ਇਸ ਕਾਰਵਾਈ ਦੇ ਸਬੰਧ ਵਿੱਚ ਇੱਕ ਪਾਕਿਸਤਾਨੀ ਨਾਗਰਿਕ ਸਮੇਤ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ। ਬਰਾਮਦ ਕੀਤੇ ਗਏ ਹਥਿਆਰਾਂ ਵਿੱਚ ਘੱਟੋ-ਘੱਟ 17 ਚੋਰੀ ਦੀਆਂ ਬੰਦੂਕਾਂ ਸ਼ਾਮਲ ਹਨ। ਸ਼ੱਕੀ ਇਨ੍ਹਾਂ ਹਥਿਆਰਾਂ ਨੂੰ ਅਮਰੀਕਾ ਤੋਂ ਕੈਨੇਡਾ ਤਸਕਰੀ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਲਈ ਅਮਰੀਕੀ ਅਟਾਰਨੀ ਦਫ਼ਤਰ ਦੇ ਅਨੁਸਾਰ ਵੀਰਵਾਰ ਨੂੰ ਨਿਊਯਾਰਕ ਸਟੇਟ ਪੁਲਿਸ ਨੇ ਸਟੇਟ ਰੂਟ 90 ਤੇ ਇੱਕ ਵਾਹਨ ਨੂੰ ਰੋਕਿਆ। ਪੁੱਛਗਿੱਛ ਦੌਰਾਨ ਵਾਹਨ ਵਿੱਚ ਸਵਾਰਾਂ ਦੇ ਜਵਾਬ ਸ਼ੱਕੀ ਜਾਪਦੇ ਸਨ। ਤਲਾਸ਼ੀ ਲੈਣ ਤੇ ਵੱਡੀ ਗਿਣਤੀ ਵਿੱਚ ਹਥਿਆਰ ਮਿਲੇ, ਜਿਨ੍ਹਾਂ ਵਿੱਚ ਕੁਝ ਕਾਰ ਦੀ ਪਿਛਲੀ ਸੀਟ ਪਿੱਛੇ ਲੁਕਾਏ ਹੋਏ ਸਨ।
गिरफ्तार किते मुलजमां विचों 22 साल का मलिक ब्रोमफील्ड कनेडियन नागरिक है, 25 साल का फैजान अली पाकिस्तानी नागरिक है, जबकि 22 साल का कमाल सलमान कोल कनेडियन, अमरीकी और जार्डन की नागरिकता है। जांच एजेंसियां के अनुसार फैजान अली कोल किसी होर व्यक्ति का मियाद पुग्या पाकिस्तानी राष्ट्रीय ड्राइविंग परमिट भी मिलिया। तीनों मुलजमां ने संयुक्त राज्य अमेरिका विच हथियारां की गैर कानूनी तस्करी, बिना लाइसेंस वाले हथियारां की तस्करी, चोरी किते हथियारां की आवाजाही और हथियारां के गैर कानूनी कब्जे समेत दोष लगाए हैं। अमरीकी राष्ट्रपति डोनाल्ड ट्रंप 13 ਤੋਂ 15 मई तक चीन का अधिकारत दौरा करेंगे। चीनी विदेश मंत्रालय के बुलारे ने सोमवार को इस संबंधी जानकारी दी। ट्रंप चीनी राष्ट्रपति शी जिनपिंग के सदे ते यह दौरा कर रहे हैं। यह लगभग 9 सालों में किसी अमरीकी राष्ट्रपति द्वारा चीन का पहला दौरा है। ट्रंप का यह दौरा दोवां देशों विचकार अमेरिका इजराइल ईरान युद्ध, होर्मुज जलडमरू की नाकाबंदी कारण पैदा हुए विश्वव्यापी ऊर्जा संकट और ताइवान समेत कई मुद्दों ते वध रहे तनाव के विचकार हो रहा है। अमरीकी प्रिंसीपल डिप्टी प्रेस सकत्तर अन्ना कैली ने एतवार को दस्सिया कि ट्रंप बुधवार शाम को बीजिंग पहुंचणगे। हांगकांग की साउथ चाइना मॉर्निंग पोस्ट ने कैली के हवाले नाल कहा कि अमरीकी नेता वीरवार को राष्ट्रपति शी जिनपिंग नाल एक स्वागत समारोह और दुवल्ली मीटिंग में शामिल होंगे। उन्होंने कहा कि दोवें नेता शुक्रवार को दोबारा मिलणगे और वक्-वक् मुद्दों पर चर्चा करने लई चाह और फिर दोपहर के खाने ते दुवल्ली चर्चा करेंगे। उन्होंने यह भी कहा कि अमेरिका इस साल के अंत में चीनी नेता की फेरी की मेजबानी करने की योजना बना रहा है। आस्ट्रेलिया ने भारत समेत कई मुल्कों तो आने वाले मसालियां ते सख्त निगरानी वधा दी है। आस्ट्रेलिया हर साल भारत, श्रीलंका, वियतनाम, चीन और होर एशियाई देशों तो करोड़ों डॉलर के मसाले मंगवाता है। भारत दुनिया का सब तो वड्डा मसाला निर्यातक है और साल 2024-25 विच भी भारतीय मसालियां की आस्ट्रेलियाई समेत विश्व पद्धर ते मंग मजबूत रही है। कुछ भारतीय मसाला उत्पादों में इथाइलीन ऑक्साइड वर्गे रसायनिक तत्वों के दोषों तो बाद फूड स्टैंडर्ड्स आस्ट्रेलिया न्यूजीलैंड ने कहा कि वह अंतरराष्ट्रीय साझेदारां और सूबाई एजेंसियों नाल मिल के मामले की जांच कर रहे हैं। अथॉरिटी ने स्पष्ट किया कि आस्ट्रेलिया विच खाद्य पदार्थों लिए इस रसायन की वरतों को मंजूरी नहीं दिंदा। आस्ट्रेलिया के खेतीबाड़ी विभाग मुताबक सुके मसाले, मिर्च, काली मिर्च, हल्दी और मिले जुले मसालियां मिलावट की खतरा श्रेणी में रखा गया, जिस कारण मुल्क दीयां बंदरगाह सरहदां ते खास जांच और लैब टेस्ट वधाए गए हैं। अमेरिका के व्हाइट हाउस च किलकारियां गूंज उठियां हैं, जिथे राष्ट्रपति ट्रंप की प्रेस सकत्तर कैरोलिन लेविट ने अपने दूजे बच्चे के जन्म की खुशखबरी सोशल मीडिया ते सांझी की। लेविट ने सोशल मीडिया प्लेटफॉर्म एक्स ते अपनी नवजन्मी धी विवियाना की तस्वीर सांझी करते लिखिया कि 1 मई को विवियाना साडी जिंदगी ते परिवार च शामिल हुई। साडा दिल प्यार नाल भर गया और बिल्कुल तंदुरुस्त है और उसका बड़ा भरा अपनी नवी भैन दे नाल बहुत खुश है। असीं इस खूबसूरत पल का आनंद मान रहे हाँ। पर आर्मीनिया विच स्थित ईरानी दूतावास ने लेविट की इस पोस्ट से जवाब दिंदिया लिखिया, तुहानू मुबारक होवे, बच्चे मासूम और प्यारे हुंदे हन, पर वो 168 बच्चे भी बच्चे ही सन जिन्हां नू तुहाडे बोस ने मिनाब दे स्कूल विच मार दिता सी अते तुसीं उस हमले नू सही ठहराया सी। जदों तुसीं अपने बच्चे नू चुमोगे तो उन्हां मावां बारे जरूर सोचियो जिन्हां दे बच्चे उस हमले विच मारे गए सन। जिक्रयोग है कि मार्च 2026 अमेरिका और इजराइल के सांझी एयर स्ट्राइक दौरान दक्षिणी ईरान के शहर मिनाब विच एक गर्ल्स स्कूल ते मिसाइल डिग्गी सी। इस हमले विच 160 तो वध स्कूली बच्चियां समेत कुल 168 लोगों की मौत हो गई सी। उस समय कैरोलिन लेविट ने अमरीकी रखिया विभाग का पक्ष लैंदिया इन्हां रिपोर्टां नू प्रोपेगेंडा दसदिया यह कहा सी कि अमेरिका कदे भी आम नागरिकों को निशाना नहीं बनाता। अमेरिका ते ईरान विचकार जंग वर्गे हालात बने हुए हैं। भावें कुछ इलाकों में जंगबंदी दीयां खबरां हैं, पर सोशल मीडिया ते चल रही यह शब्दी जंग दर्शाउंदी है कि दोवां देशां विचकार कुड़तन बरकरार है। इजराइल विच शनिवार रात दर्जना इजरायली नागरिकों ने प्रधानमंत्री बेंजामिन नेतन्याहू की सरकार और दक्षिणी लिबनान ते जारी हमलिਆਂ के खिलाफ प्रदर्शन किया। ईरान और लिबनान के नाल जारी जंग के विचाले इस साल इजराइल विच आम चोणां होने की उम्मीद है। देश के अंदर भी तनाव वधिया हुआ है, खासकर आर्थोडॉक्स यहूदी भाईचारे के कुछ लोग फौज विच भर्ती होने तो इनकार कर रहे हैं, जिसनूं लैके विवाद बनिया हुआ है। 83 साल के सेवा मुक्त नागरिक डेविड अल्कन ने राइटर्स नूं कहा कि वह इत्थे सरकार के खिलाफ प्रदर्शन करना आया क्योंकि ये सरकार एक आफत बन चुकी है। सरकार पूरी तरह गलत दिशा वाल जा रही है और लोगों को झूठ और फर्जी खबरें परोस रही है, जिसका असीं विरोध करते हाँ। प्रदर्शन विच कुछ लोग स्टॉप द
ਜੈਨੋਸਾਈਡ ਵਰਗੇ ਪੋਸਟਰ ਲਈ ਨਜ਼ਰ ਆਏ। ਪੱਛਮੀ ਏਸ਼ੀਆ ਵਿੱਚ ਹੋਰਮੁਜ਼ ਜਲਡਮਰੂ ਦੇ ਨੇੜੇ ਲੱਕੜ ਦੀ ਇੱਕ ਕਿਸ਼ਤੀ ਵਿੱਚ ਅੱਗ ਲੱਗਣ ਕਾਰਨ ਇੱਕ ਭਾਰਤੀ ਮਲਾਹ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਰਕਾਰੀ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ ਹੈ। ਸੂਤਰਾਂ ਦੇ ਅਨੁਸਾਰ ਸ਼ੁੱਕਰਵਾਰ ਨੂੰ ਵਾਪਰੀ ਇਸ ਘਟਨਾ ਤੋਂ ਬਾਅਦ ਭਾਰਤੀ ਚਾਲਕ ਦਲ ਦੇ 17 ਹੋਰ ਮੈਂਬਰਾਂ ਨੂੰ ਬਚਾਇਆ ਗਿਆ। ਅੱਗ ਲੱਗਣ ਦੇ ਸਹੀ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਉਹਨਾਂ ਨੇ ਕਿਹਾ ਚਾਲਕ ਦਲ ਦੇ ਮੈਂਬਰਾਂ ਨੂੰ ਇਲਾਕੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਦੁਆਰਾ ਬਚਾਇਆ ਗਿਆ ਸੀ। ਇਹ ਘਟਨਾ ਅਜਿਹੇ ਸਮੇਂ ਵਾਪਰੀ ਹੈ ਜਦੋਂ ਹੋਰਮੁਜ਼ ਜਲਡਮਰੂ ਵਿੱਚ ਈਰਾਨ ਅਤੇ ਅਮਰੀਕਾ ਦੇ ਵਿਚਕਾਰ ਤਣਾਅ ਵੱਧ ਰਿਹਾ ਹੈ। ਇਹ ਜਲਡਮਰੂ ਫਾਰਸ ਦੀ ਖਾੜੀ ਅਤੇ ਓਮਾਨ ਦੀ ਖਾੜੀ ਦੇ ਵਿਚਕਾਰ ਇੱਕ ਮਹੱਤਵਪੂਰਨ ਸਮੁੰਦਰੀ ਰਸਤਾ ਹੈ ਜਿਸ ਵਿੱਚ ਦੁਨੀਆ ਦੀ ਤੇਲ ਸਪਲਾਈ ਦਾ ਇੱਕ ਵੱਡਾ ਹਿੱਸਾ ਲੰਘਦਾ ਹੈ। ਇੱਕ ਸੂਤਰ ਨੇ ਕਿਹਾ ਕਿ ਕਾਰਗੋ ਕਿਸ਼ਤੀ ਕੱਲ ਹੋਰਮੁਜ਼ ਜਲਡਮਰੂ ਦੇ ਨੇੜੇ ਅੱਗ ਲੱਗਣ ਤੋਂ ਬਾਅਦ ਪਲਟ ਗਈ। ਇਸ ਵਿੱਚ ਭਾਰਤੀ ਚਾਲਕ ਦਲ ਦੇ 18 ਮੈਂਬਰ ਸਵਾਰ ਸਨ। ਸੂਤਰਾਂ ਨੇ ਕਿਹਾ ਕਿ ਕਿਸ਼ਤੀ ਵਿੱਚ ਸਵਾਰ ਇੱਕ ਭਾਰਤੀ ਦੀ ਇਸ ਘਟਨਾ ਵਿੱਚ ਮੌਤ ਹੋ ਗਈ ਜਦਕਿ 4 ਹੋਰ ਝੁਲਸ ਗਏ। ਜ਼ਖਮੀਆਂ ਦਾ ਇਲਾਜ ਦੁਬਈ ਵਿੱਚ ਕੀਤਾ ਜਾ ਰਿਹਾ ਹੈ ਅਤੇ ਉਹਨਾਂ ਦੀ ਹਾਲਤ ਸਥਿਰ ਹੈ। ਇੱਕ ਹੋਰ ਸੂਤਰ ਨੇ ਦੱਸਿਆ ਕਿ ਭਾਰਤੀ ਕੰਸੂਲੇਟ ਜਨਰਲ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਰਾਤ ਨੂੰ ਬਚਾਏ ਗਏ ਭਾਰਤੀ ਨਾਗਰਿਕਾਂ ਦੇ ਨਾਲ ਮੁਲਾਕਾਤ ਕੀਤੀ। ਸੂਤਰਾਂ ਦੇ ਅਨੁਸਾਰ ਭਾਰਤੀ ਕੰਸੂਲੇਟ ਕਿਸ਼ਤੀ ਦੇ ਮਾਲਕ ਨਾਲ ਸੰਪਰਕ ਵਿੱਚ ਹੈ ਅਤੇ ਹਰ ਸੰਭਵ ਸਹਾਇਤਾ ਪ੍ਰਦਾਨ ਕਰ ਰਿਹਾ। ਇਸ ਘਟਨਾ ਤੋਂ ਪਹਿਲਾਂ ਪੱਛਮੀ ਏਸ਼ੀਆ ਸੰਘਰਸ਼ ਵਿੱਚ 8 ਭਾਰਤੀ ਨਾਗਰਿਕ ਮਾਰੇ ਗਏ ਹਨ ਜਦਕਿ ਖੇਤਰ ਭਰ ਵਿੱਚ ਦਰਜਨਾਂ ਹੋਰ ਜ਼ਖਮੀ ਹੋਏ ਹਨ। ਮਾਰਚ ਵਿੱਚ ਸੰਯੁਕਤ ਅਰਬ ਅਮੀਰਾਤ ਦੀ ਰਾਜਧਾਨੀ ਆਬੂ ਧਾਬੀ ਵਿੱਚ ਈਰਾਨ ਦੁਆਰਾ ਦਾਗੀ ਗਈ ਅਤੇ ਡਿਫਿਊਜ਼ ਕੀਤੀ ਮਿਜ਼ਾਈਲ ਦੇ ਮਲਬੇ ਹੇਠ ਆਉਣ ਨਾਲ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ ਅਤੇ ਇੱਕ ਹੋਰ ਜ਼ਖਮੀ ਹੋ ਗਿਆ ਸੀ। ਮਾਰਚ ਵਿੱਚ ਕੁਵੈਤ ਵਿੱਚ ਵੀ ਇੱਕ ਪਾਵਰ ਅਤੇ ਡੀਸੈਲਿਨੇਸ਼ਨਸ ਪਲਾਂਟ ਤੇ ਈਰਾਨੀ ਹਮਲੇ ਵਿੱਚ ਇੱਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ। 18 ਮਾਰਚ ਨੂੰ ਸਾਊਦੀ ਅਰਬ ਦੀ ਰਾਜਧਾਨੀ ਰਿਆਦ ਤੇ ਮਿਜ਼ਾਈਲ ਅਤੇ ਡਰੋਨ ਹਮਲਿਆਂ ਵਿੱਚ ਇੱਕ ਹੋਰ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਸੀ। 13 ਮਾਰਚ ਦੀ ਜੇ ਗੱਲ ਕੀਤੀ ਜਾਏ ਤਾਂ ਓਮਾਨ ਦੇ ਇੱਕ ਉਦਯੋਗਿਕ ਖੇਤਰ ਤੇ ਹਮਲੇ ਵਿੱਚ 2 ਭਾਰਤੀ ਮਾਰੇ ਗਏ ਸਨ। ਅਮਰੀਕਾ, ਇਜ਼ਰਾਈਲ ਅਤੇ ਈਰਾਨ ਦੇ ਵਿਚਕਾਰ ਟਕਰਾਅ ਦੇ ਸ਼ੁਰੂਆਤੀ ਦਿਨਾਂ ਵਿੱਚ ਵਪਾਰੀ ਜਹਾਜ਼ਾਂ ਤੇ ਹਮਲਿਆਂ ਵਿੱਚ 3 ਮਲਾਹ ਮਾਰੇ ਗਏ ਹਨ। ਕਾਠਮੰਡੂ 에ਅਰਪੋਰਟ ਤੇ ਟਰਕਿਸ਼ 에ਅਰਲਾਈਨਸ ਦੀ ਫਲਾਈਟ ਵਿੱਚ ਉਸ ਵੇਲੇ ਅਚਾਨਕ ਅਫਰਾ-ਤਫਰੀ ਮਚ ਗਈ ਜਦੋਂ ਲੈਂਡਿੰਗ ਦੌਰਾਨ ਜਹਾਜ਼ ਦੇ ਟਾਇਰ ਨੂੰ ਅੱਗ ਲੱਗ ਗਈ। ਜਾਣਕਾਰੀ ਅਨੁਸਾਰ ਨੇਪਾਲ ਦੀ ਰਾਜਧਾਨੀ ਕਾਠਮੰਡੂ ਸਥਿਤ ਤ੍ਰਿਭੁਵਨ ਇੰਟਰਨੈਸ਼ਨਲ 에ਅਰਪੋਰਟ ਤੇ ਸੋਮਵਾਰ ਨੂੰ ਇੱਕ ਵੱਡਾ ਜਹਾਜ਼ ਹਾਦਸਾ ਟਲ ਗਿਆ। ਲੈਂਡਿੰਗ ਦੌਰਾਨ ਟਰਕਿਸ਼ 에ਅਰਲਾਈਨਸ ਦੀ ਫਲਾਈਟ TK726 ਦੇ ਟਾਇਰ ਨੂੰ ਅਚਾਨਕ ਹੀ ਅੱਗ ਲੱਗ ਗਈ। ਹਾਲਾਂਕਿ ਰਾਹਤ ਦੀ ਗੱਲ ਇਹ ਰਹੀ ਕਿ ਜਹਾਜ਼ ਵਿੱਚ ਸਵਾਰ ਸਾਰੇ 299 ਯਾਤਰੀਆਂ ਅਤੇ ਕਰੂ ਮੈਂਬਰਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਜਾਣਕਾਰੀ ਮੁਤਾਬਕ ਫਲਾਈਟ TK726 ਇਸਤਾਂਬੁਲ ਤੋਂ ਕਾਠਮੰਡੂ ਪਹੁੰਚੀ ਸੀ। ਲੈਂਡਿੰਗ ਸਮੇਂ ਜਹਾਜ਼ ਦੇ ਸੱਜੇ ਲੈਂਡਿੰਗ ਗੀਅਰ ਦੇ ਟਾਇਰ ਵਿੱਚ ਅੱਗ ਲੱਗ ਗਈ ਜਿਸ ਤੋਂ ਬਾਅਦ 에ਅਰਪੋਰਟ ਤੇ ਹੜਕੰਪ ਮਚ ਗਿਆ। 에ਅਰਪੋਰਟ ਸੁਰੱਖਿਆ ਦੇ SP ਰਾਜਕੁਮਾਰ ਸਿਲੇਵਾਲ ਨੇ ਦੱਸਿਆ ਕਿ ਫਾਇਰ ਬ੍ਰਿਗੇਡ ਦੀ ਮਦਦ ਨਾਲ ਤੁਰੰਤ ਅੱਗ ਤੇ ਕਾਬੂ ਪਾ ਲਿਆ ਗਿਆ। 278 ਦਨਗੀ 278 ਯਾਤਰੀ ਅਤੇ 11 ਕਰੂ ਮੈਂਬਰ ਸਨ। ਇਸ ਵਿੱਚ ਸਵਾਰ ਅਧਿਕਾਰੀਆਂ ਮੁਤਾਬਕ ਜਹਾਜ਼ ਵਿੱਚ 278 ਯਾਤਰੀ ਅਤੇ 11 ਮੈਂਬਰ ਸਵਾਰ ਸੀ। ਯਾਤਰੀਆਂ ਵਿੱਚ ਯੂਨਾਈਟਿਡ ਨੇਸ਼ਨਸ ਦੇ ਕੁਝ ਅਧਿਕਾਰੀ ਵੀ ਸ਼ਾਮਲ ਦੱਸੇ ਜਾ ਰਹੇ ਹਨ। ਸਾਰੇ ਲੋਕਾਂ ਨੂੰ ਐਮਰਜੈਂਸੀ ਗੇਟ ਰਾਹੀਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। ਘਟਨਾ ਤੋਂ ਬਾਅਦ ਸੋਸ਼ਲ ਮੀਡੀਆ ਤੇ ਕਈ ਵੀਡੀਓ ਵਾਇਰਲ ਹੋ ਰਹੀਆਂ ਹਨ ਜਿਨ੍ਹਾਂ ਦੇ ਵਿੱਚ ਜਹਾਜ਼ ਤੇ ਲੈਂਡਿੰਗ ਗੇਅਰ ਵਿੱਚੋਂ ਧੂਆਂ ਅਤੇ ਅੱਗ ਨਿਕਲਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ 에ਅਰਪੋਰਟ ਸਟਾਫ ਅਤੇ ਫਾਇਰ ਬ੍ਰਿਗੇਡ ਦੀ ਟੀਮ ਤੁਰੰਤ ਕਾਰਵਾਈ ਕਰਦੀ ਹੋਈ ਵੀ ਨਜ਼ਰ ਆ ਰਹੀ ਹੈ। ਫਿਲਹਾਲ 에ਅਰਪੋਰਟ ਪ੍ਰਸ਼ਾਸਨ ਅਤੇ 에ਅਰਲਾਈਨ ਕੰਪਨੀ ਵੱਲੋਂ ਇਸ ਘਟਨਾ ਸੰਬੰਧੀ ਕੋਈ ਅਧਿਕਾਰਤ ਵਿਸਥਾਰਪੂਰਵਕ ਬਿਆਨ ਜਾਰੀ ਨਹੀਂ ਕੀਤਾ ਗਿਆ। ਅੱਗ ਲੱਗਣ ਦੇ ਕਾਰਨਾਂ ਦਾ ਹਾਲੇ ਤੱਕ ਪਤਾ ਨਹੀਂ ਲੱਗ ਸਕਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਕੈਨੇਡਾ ਦੇ ਵੈਂਕੂਵਰ ਵਿੱਚ ਇੱਕ ਅਜਿਹਾ ਸੜਕ ਹਾਦਸਾ ਸਾਹਮਣੇ ਆਇਆ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਸ਼ਨੀਵਾਰ ਦੁਪਹਿਰ ਨੂੰ ਹੋਏ ਇੱਕ ਭਿਆਨਕ ਐਕਸੀਡੈਂਟ ਤੋਂ ਬਾਅਦ ਇੱਕ ਮੋਟਰਸਾਈਕਲ ਜ਼ਮੀਨ ਤੇ ਡਿੱਗਣ ਦੀ ਬਜਾਏ ਸੜਕ ਦੇ ਵਿਚਕਾਰ ਲੱਗੀ ਟ੍ਰੈਫਿਕ ਲਾਈਟ ਨਾਲ ਜਾ ਲਟਕਿਆ। ਪੁਲਿਸ ਦੇ ਅਨੁਸਾਰ ਦੁਪਹਿਰ ਵੇਲੇ 72 ਐਵੇਨਿਊ ਅਤੇ 120th ਸਟਰੀਟ ਦੇ ਨੇੜੇ ਸਕਾਟ ਰੋਡ ਦੇ 7100 ਬਲਾਕ ਤੇ ਇੱਕ ਮੋਟਰਸਾਈਕਲ ਅਤੇ ਕਾਰ ਵਿਚਕਾਰ ਭਿਆਨਕ ਟੱਕਰ ਹੁੰਦੀ ਹੈ। ਟੱਕਰ ਦੀ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਬੁਲਾਇਆ ਗਿਆ। ਇਹ ਘਟਨਾ ਵੈਂਕੂਵਰ ਦੇ ਦੱਖਣੀ ਉਪਨਗਰ ਡੈਲਟਾ ਦੀ ਹੈ। ਚਸ਼ਮਦੀਦਾ ਅਤੇ ਘਟਨਾ ਵਾਲੀ ਥਾਂ ਤੋਂ ਮਿਲੀ ਫੁਟੇਜ ਦੇ ਅਨੁਸਾਰ ਇੱਕ ਸਿਲਵਰ ਰੰਗ ਦੀ ਸੈਡਾਨ ਕਾਰ ਅਤੇ ਮੋਟਰਸਾਈਕਲ ਵਿਚਕਾਰ ਜ਼ਬਰਦਸਤ ਟੱਕਰ ਹੋਈ। ਟੱਕਰ ਇੰਨੀ ਭਿਆਨਕ ਸੀ ਕਿ ਮੋਟਰਸਾਈਕਲ ਉਛਲ ਕੇ ਸਿੱਧਾ ਟ੍ਰੈਫਿਕ ਸਿਗਨਲ ਦੇ ਖੰਭੇ ਤੇ ਜਾ ਅਟਕਿਆ ਅਤੇ ਆਪਣੇ ਅਗਲੇ ਪਹੀਏ ਦੇ ਸਹਾਰੇ ਹਵਾ ਵਿੱਚ ਲਟਕਦਾ ਰਿਹਾ। ਮੌਕੇ ਤੇ ਮੌਜੂਦ ਲੋਕਾਂ ਲਈ ਇਹ ਨਜ਼ਾਰਾ ਕਿਸੇ ਫਿਲਮੀ ਸੀਨ ਵਰਗਾ ਸੀ। ਹਾਦਸੇ ਦੇ ਤੁਰੰਤ ਬਾਅਦ ਇਲਾਕੇ ਦੀਆਂ ਸੜਕਾਂ ਨੂੰ ਬੰਦ ਕਰ ਦਿੱਤਾ ਗਿਆ ਸੀ।
ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬਾਈਕ ਹਵਾ ਵਿੱਚ ਕਈ ਫੁੱਟ ਉੱਪਰ ਟ੍ਰੈਫਿਕ ਲਾਈਟਾਂ ਨਾਲ ਫਸੀ ਹੋਈ ਹੈ, ਜੋ ਇਸ ਗੱਲ ਦਾ ਸਬੂਤ ਹੈ ਕਿ ਟੱਕਰ ਕਿੰਨੀ ਸ਼ਕਤੀਸ਼ਾਲੀ ਰਹੀ ਹੋਵੇਗੀ। ਪੁਲਿਸ ਦੇ ਹਵਾਲੇ ਦੇ ਨਾਲ ਮਿਲੀ ਜਾਣਕਾਰੀ ਅਨੁਸਾਰ ਇਸ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਨੂੰ ਗੰਭੀਰ ਸੱਟਾਂ ਲੱਗੀਆਂ ਹਨ ਅਤੇ ਉਸ ਨੂੰ ਤੁਰੰਤ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਾਲਾਂਕਿ ਸੱਟਾਂ ਡੂੰਘੀਆਂ ਹਨ, ਪਰ ਡਾਕਟਰਾਂ ਨੂੰ ਉਮੀਦ ਹੈ ਕਿ ਉਹ ਬਚ ਜਾਵੇਗਾ। ਦੂਜੇ ਪਾਸੇ ਸੈਡਾਨ ਕਾਰ ਦੇ ਡਰਾਈਵਰ ਨੂੰ ਇਸ ਹਾਦਸੇ ਵਿੱਚ ਕੋਈ ਸੱਟ ਨਹੀਂ ਲੱਗੀ ਹੈ, ਪਰ ਉਹਨਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਬੰਗਲਾਦੇਸ਼ ਦੇ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਦੇ ਇੱਕ ਸੀਨੀਅਰ ਸਲਾਹਕਾਰ ਨੇ ਇਹ ਕਿਹਾ ਕਿ ਢਾਕਾ ਨਵੀਂ ਦਿੱਲੀ ਨਾਲ ਦੋਸਤਾਨਾ ਸਬੰਧ ਚਾਹੁੰਦਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਪਿਛਲੇ ਹਫ਼ਤੇ ਭਾਰਤ ਨਾਲ ਲੱਗਦੀ ਸਰਹੱਦ ਤੇ 2 ਬੰਗਲਾਦੇਸ਼ੀ ਨਾਗਰਿਕਾਂ ਦੀ ਹੱਤਿਆ ਤੇ ਚਿੰਤਾ ਪ੍ਰਗਟਾਈ। ਸ਼ੁੱਕਰਵਾਰ ਰਾਤ ਨੂੰ ਤ੍ਰਿਪੁਰਾ ਦੇ ਸਿਪਾਹੀ ਜਾਲਾ ਜ਼ਿਲ੍ਹੇ ਵਿੱਚ ਸੀਮਾ ਸੁਰੱਖਿਆ ਬਲ ਯਾਨੀ ਕਿ BSF ਵੱਲੋਂ 2 ਸ਼ੱਕੀ ਬੰਗਲਾਦੇਸ਼ੀ ਤਸਕਰਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। BSF ਅਤੇ ਬਾਰਡਰ ਗਾਰਡਸ ਬੰਗਲਾਦੇਸ਼ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜੋ ਕਮਲਾ ਸਾਗਰ BOP ਰਾਹੀਂ ਲਾਸ਼ਾਂ ਉਹਨਾਂ ਦੇ ਵਾਰਸਾਂ ਨੂੰ ਸੌਂਪ ਦਿੱਤੀਆਂ ਗਈਆਂ ਸਨ। ਪ੍ਰਧਾਨ ਮੰਤਰੀ ਦੇ ਸਿਆਸੀ ਸਲਾਹਕਾਰ ਰੂਹੁਲ ਕਬੀਰ ਰਿਜ਼ਵੀ ਨੇ ਐਤਵਾਰ ਨੂੰ ਕਿਹਾ ਕਿ ਅਸੀਂ ਦੋਸਤਾਨਾ ਸਬੰਧ ਚਾਹੁੰਦੇ ਹਾਂ, ਪਰ ਜੇਕਰ ਸਰਹੱਦ ਵਾਰ-ਵਾਰ ਖੂਨੀ ਹੁੰਦੀ ਰਹੀ ਤਾਂ ਚੰਗੇ ਸਬੰਧ ਕਾਇਮ ਨਹੀਂ ਰੱਖੇ ਜਾ ਸਕਦੇ। ਰਿਜ਼ਵੀ ਨੇ ਡਿਪਲੋਮਾ ਇੰਜੀਨੀਅਰਸ ਦੇ ਰਾਸ਼ਟਰੀ ਸੰਮੇਲਨ ਨੂੰ ਸੰਬੋਧਨ ਕਰਦਿਆਂ 2 ਸ਼ੱਕੀ ਤਸਕਰਾਂ ਦੇ ਮਾਰੇ ਜਾਣ ਦਾ ਜ਼ਿਕਰ ਕੀਤਾ। ਉਹਨਾਂ ਨੇ ਕਿਹਾ ਕਿ ਕੱਲ ਵੀ ਬ੍ਰਾਹਮਣ ਬਾਰੀਆ ਸਰਹੱਦ ਤੇ 2 ਲੋਕਾਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਸੱਤਾਧਾਰੀ ਬੰਗਲਾਦੇਸ਼ ਨੈਸ਼ਨਲਿਸਟ ਪਾਰਟੀ ਦੇ ਸੀਨੀਅਰ ਸੰਯੁਕਤ ਸਕੱਤਰ ਜਨਰਲ ਰਿਜ਼ਵੀ ਨੇ ਇਹ ਕਿਹਾ ਕਿ ਭਾਰਤ ਦੇ ਲੋਕ ਵੀ ਅਜਿਹੀ ਘਟਨਾ ਨਹੀਂ ਦੇਖਣਾ ਚਾਹੁੰਦੇ। ਭਾਰਤ ਵਿੱਚ ਹਾਲ ਹੀ ਵਿੱਚ ਹੋਈਆਂ ਰਾਜ ਵਿਧਾਨ ਸਭਾ ਚੋਣਾਂ ਦੇ ਸੰਦਰਭ ਵਿੱਚ BNP ਆਗੂ ਨੇ ਕਿਹਾ ਕਿ ਫੈਸਲਾ ਕਰਨਾ ਭਾਰਤੀ ਲੋਕਾਂ ਦਾ ਪੂਰੀ ਤਰ੍ਹਾਂ ਅੰਦਰੂਨੀ ਮਾਮਲਾ ਹੈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਐਲਾਨ ਕੀਤਾ ਹੈ ਕਿ ਪਿਛਲੇ ਸਾਲ ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਨਾਲ 4 ਦਿਨਾਂ ਤੱਕ ਚੱਲੀ ਜੰਗ ਦੀ ਯਾਦ 'ਚ ਹਰ ਸਾਲ 10 ਮਈ ਨੂੰ ਮਾਰਕਾ-ਏ-ਹੱਕ ਯਾਨੀ ਕਿ ਸੱਚਾਈ ਦੀ ਜੰਗ ਵਜੋਂ ਮਨਾਇਆ ਜਾਵੇਗਾ। ਐਤਵਾਰ ਨੂੰ ਇਸ ਜੰਗ ਦੀ ਪਹਿਲੀ ਵਰ੍ਹੇਗੰਢ ਮੌਕੇ ਕਰਵਾਏ ਗਏ ਇੱਕ ਸਮਾਗਮ ਦੌਰਾਨ ਉਹਨਾਂ ਨੇ ਦਾਅਵਾ ਕੀਤਾ ਕਿ ਪਾਕਿਸਤਾਨੀ ਫੌਜ ਨੇ ਦੁਸ਼ਮਣ ਨੂੰ ਇਤਿਹਾਸਕ ਅਤੇ ਮੂੰਹ ਤੋੜ ਜਵਾਬ ਦਿੱਤਾ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਪਹਿਲਗਾਮ ਅੱਤਵਾਦੀ ਹਮਲੇ ਜਿਸ ਵਿੱਚ 26 ਬੇਗੁਨਾਹ ਸੈਲਾਨੀ ਮਾਰੇ ਗਏ ਸਨ, ਉਸ ਦੇ ਜਵਾਬ ਵਿੱਚ ਭਾਰਤ ਨੇ 7 ਮਈ 2025 ਨੂੰ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ। ਭਾਰਤੀ ਹਵਾਈ ਸੈਨਾ ਨੇ ਪਾਕਿਸਤਾਨ ਅਤੇ POK ਵਿੱਚ 9 ਅੱਤਵਾਦੀ ਟਿਕਾਣਿਆਂ ਨੂੰ ਤਬਾਹ ਕਰ ਦਿੱਤਾ ਸੀ, ਜਿਸ ਵਿੱਚ 100 ਤੋਂ ਵੱਧ ਅੱਤਵਾਦੀ ਮਾਰੇ ਗਏ ਸਨ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਵੱਧ ਗਿਆ ਅਤੇ ਪਾਕਿਸਤਾਨ ਨੇ ਜਵਾਬੀ ਹਮਲੇ ਦੀ ਕੋਸ਼ਿਸ਼ ਕੀਤੀ, ਜਿਸ ਨੂੰ ਭਾਰਤੀ ਫੌਜ ਨੇ ਨਾਕਾਮ ਕਰ ਦਿੱਤਾ ਸੀ। 7 ਮਈ ਤੋਂ ਸ਼ੁਰੂ ਹੋਈ ਦੋਵਾਂ ਦੇਸ਼ਾਂ ਦੀ ਜੰਗ ਮਗਰੋਂ 10 ਮਈ 2025 ਨੂੰ ਦੋਵਾਂ ਦੇਸ਼ਾਂ ਦੇ ਫੌਜੀ ਅਧਿਕਾਰੀਆਂ ਵਿਚਕਾਰ ਹੌਟਲਾਈਨ ਤੇ ਹੋਈ ਗੱਲਬਾਤ ਤੋਂ ਬਾਅਦ ਜੰਗ ਰੁਕੀ ਸੀ। ਇਸ ਸਮਾਗਮ ਦੀ ਸ਼ੁਰੂਆਤ 'ਚ ਜੰਗ ਦੌਰਾਨ ਮਾਰੇ ਗਏ ਲੋਕਾਂ ਦੀ ਯਾਦ ਵਿੱਚ 1 ਮਿੰਟ ਦਾ ਮੌਨ ਰੱਖਿਆ ਗਿਆ। ਇਸ ਮਗਰੋਂ ਆਪਣੇ ਸੰਬੋਧਨ ਦੌਰਾਨ ਪਾਕਿਸਤਾਨੀ ਪ੍ਰਧਾਨ ਮੰਤਰੀ ਨੇ ਜੰਗ ਨੂੰ ਰੁਕਵਾਉਣ ਅਤੇ ਡਿਪਲੋਮੈਟਿਕ ਮਦਦ ਲਈ ਕਈ ਦੇਸ਼ਾਂ ਦਾ ਧੰਨਵਾਦ ਕੀਤਾ। ਉਹਨਾਂ ਨੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਜੰਗ ਰੁਕਵਾਉਣ ਵਿੱਚ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਸਾਊਦੀ ਅਰਬ ਦੇ ਕਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ, ਤੁਰਕੀ ਦੇ ਰਾਸ਼ਟਰਪਤੀ ਐਰਦੋਗਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ। ਇਸ ਮਾਮਲੇ ਵਿੱਚ ਪਾਕਿਸਤਾਨੀ ਰਾਸ਼ਟਰਪਤੀ ਆਸਿਫ ਅਲੀ ਜ਼ਰਦਾਰੀ ਨੇ ਕਿਹਾ ਕਿ ਇਹ ਜੰਗ ਦਰਸਾਉਂਦੀ ਹੈ ਕਿ ਜਦੋਂ ਪੂਰਾ ਦੇਸ਼ ਫੌਜ ਦੇ ਪਿੱਛੇ ਖੜਾ ਹੁੰਦਾ ਹੈ ਤਾਂ ਉਹ ਕੀ ਕਰ ਸਕਦੀ ਹੈ। ਦੂਜੇ ਪਾਸੇ ਭਾਰਤ ਦਾ ਕਹਿਣਾ ਹੈ ਕਿ ਜੰਗਬੰਦੀ ਦਾ ਫੈਸਲਾ ਕਿਸੇ ਬਾਹਰੀ ਦਬਾਅ ਹੇਠ ਨਹੀਂ, ਸਗੋਂ ਦੋਵਾਂ ਦੇਸ਼ਾਂ ਵਿਚਾਲੇ ਸਿੱਧੀ ਗੱਲਬਾਤ ਰਹੀ ਹੋਇਆ ਸੀ। ਭਾਰਤ ਨੇ ਹਮੇਸ਼ਾ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਆਪਰੇਸ਼ਨ ਸਿੰਦੂਰ ਅੱਤਵਾਦ ਵਿਰੁੱਧ ਇੱਕ ਸਖਤ ਤੇ ਜ਼ਰੂਰੀ ਐਕਸ਼ਨ ਸੀ। ਇਹ ਸਾਂਝੀ ਦੇਸ਼ ਤੇ ਵਿਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਤੇ ਚੋਣਵੀਆਂ ਖਬਰਾਂ। ਹੋਰ ਅਪਡੇਟਸ ਨਾਲ ਜੁੜੇ ਰਹਿਣ ਦੇ ਲਈ ਤੁਸੀਂ ਬਣੇ ਰਹੋ ਪੰਜਾਬ ਮੇਲ USA TV ਦੇ ਨਾਲ। ਤੁਹਾਡੇ ਸਭ ਦਾ ਬਹੁਤ ਬਹੁਤ ਧੰਨਵਾਦ।